ਫਿਰੋਜ਼ਪੁਰ ਦੇ ਡੀਸੀ ਸਾਹਿਬ ਅਮਰਤਾ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਿਰੋਜ਼ਪੁਰ ਦਾ ਨਾਂ ਸਵੱਛਤਾ ਦੇ ਵਿੱਚ 2017 ਵਿੱਚ ਚੌਥੇ ਨੰਬਰ ਤੇ ਪੂਰੇ ਦੇਸ਼ ਵਿੱਚ 222ਵੇਂ ਨੰਬਰ ਤੇ ਸੀ, ਪਰ ਹੁਣ 2022 ਵਿੱਚ ਫਿਰੋਜ਼ਪੁਰ ਦਾ ਸਵੱਛਤਾ ਦੇ ਮਾਮਲੇ ਵਿੱਚ ਨਾਂ ਪਹਿਲੇ ਨੰਬਰ ਤੇ ਪੂਰੇ ਸੂਬੇ ਅਤੇ ਦੇਸ਼ 'ਚ 64ਵੇਂ ਨੰਬਰ ਤੇ ਆਇਆ ਹੈ। ਅਤੇ ਉਹਨਾਂ ਦੱਸਿਆ ਕਿ ਜਿਹੜਾ ਸ਼ਹਿਰ ਦਾ ਕੂੜਾ ਕਰਕਟ ਹੈ ਉਹਨਾਂ ਨੇ ਏਜੰਸੀਆਂ ਨੂੰ ਠੇਕਾ ਦੇ ਦਿੱਤਾ ਹੈ। ਹੁਣ ਉਹ ਏਜੰਸੀਆਂ ਇਸ ਕੂੜੇ ਦੀ ਵਰਤੋਂ ਕਿਸ ਤਰ੍ਹਾਂ ਕਰਨਗੀਆਂ ਉਹ ਏਜੰਸੀਆਂ ਦੇ ਉੱਪਰ ਹੈ। ਜਿਵੇਂ ਕਿ ਹੋਰ ਸੂਬਿਆਂ ਵਿੱਚ ਪਲਾਸਟਿਕ ਦੀ ਜਿਹੜੀ ਵਰਤੋਂ ਹੈ ਉਹ ਸੜਕਾਂ ਬਣਾਉਣ ਦੇ ਕੰਮ ਲਿਆਈ ਜਾ ਰਹੀ ਹੈ। ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਦਾ ਹੀ ਕੁਝ ਉਪਰਾਲਾ ਫਿਰੋਜ਼ਪੁਰ ਵਿੱਚ ਵੀ ਕੀਤਾ ਜਾਵੇ। ਖੁਸ਼ ਹੂੰ ਇਸ ਚੀਜ਼ ਨੂੰ ਤੁਹਾਡੇ ਸਾਰਿਆਂ ਦੇ ਨਾਲ, ਪੂਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਰੈਜ਼ੀਡੈਂਟਸ ਦੇ ਨਾਲ ਸ਼ੇਅਰ ਕਰਨ ਦੇ ਵਿੱਚ ਕਿ ਅੱਜ ਦੇ ਦਿਹਾੜੇ ਦੇ ਵਿੱਚ 2 ਅਕਤੂਬਰ ਵੈਸੇ ਇੱਕ ਨੈਸ਼ਨਲ ਸਾਡਾ ਬਹੁਤ ਇੰਪੋਰਟੈਂਟ ਫੈਸਟੀਵਲ ਹੈ। ਅੱਜ ਦੇ ਦਿਨ ਆਪਾਂ ਅਨਾਉਂਸ ਕਰਨ ਜਾ ਰਹੇ ਹਾਂ ਕਿ ਸਵੱਛਤਾ ਸਰਵੇਖਣ 2022 ਜਿਹੜਾ ਕਿ ਅਪ੍ਰੈਲ ਮਈ ਦੇ ਵਿੱਚ ਕੀਤਾ ਗਿਆ ਹੈ ਸਰਵੇ, ਉਹਦੇ ਵਿੱਚ ਫਿਰੋਜ਼ਪੁਰ ਦੀ ਆਲ ਓਵਰ ਦ ਸਟੇਟ ਪੰਜਾਬ ਦੇ ਵਿੱਚ ਫਰਸਟ ਰੈਂਕ ਆਈ ਹੈ ਐਜ਼ ਦ ਕਲੀਨੈਸਟ ਸਿਟੀ। ਔਰ ਜੇਕਰ ਅਸੀਂ ਨੈਸ਼ਨਲ ਰੈਂਕਿੰਗ ਦੀ ਗੱਲ ਕਰੀਏ 64th ਰੈਂਕ ਆਈ ਹੈ ਤਕਰੀਬਨ 4,500 ਸਿਟੀਜ਼ ਦੇ ਵਿੱਚ। ਅਤੇ ਇਹਦਾ ਬੈਕਗਰਾਊਂਡ ਇਹ ਹੈ 2017 ਦੇ ਵਿੱਚ ਸਾਡਾ ਜ਼ਿਲ੍ਹਾ ਦਿਸ ਸਿਟੀ ਸਪੈਸੀਫਿਕਲੀ ਇਹਦੀ ਰੈਂਕ 4th ਨੰਬਰ 'ਤੇ ਸੀਗੀ ਸਟੇਟ ਦੇ ਵਿੱਚ, ਔਰ ਨੈਸ਼ਨਲ ਰੈਂਕਿੰਗ 222 ਸੀ। ਅਤੇ ਵੀ progressed from rank 4 to rank 1 in the state and rank 222 to 64 all over national average। ਤੇ 17 ਦੇ ਵਿੱਚ ਸਾਨੂੰ ਫਾਸਟੈਸਟ ਮੂਵਿੰਗ ਸਿਟੀ ਦਾ ਵੀ ਅਵਾਰਡ ਮਿਲਿਆ ਸੀ। ਦੈਟ ਇਜ਼ ਦ ਸਿਟੀ ਜਿਹੜੀ ਕਿ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਵਿਦ ਰਿਸਪੈਕਟ ਟੂ ਕਲੀਨਲੀਨੈਸ ਐਟਸੈਟਰਾ। ਸੋ ਉਹਦਾ ਅਵਾਰਡ ਵੀ ਸਾਡੇ ਕੋਲ ਹੈਗਾ ਜੀ, ਵੀ ਰਿਸੀਵ ਦੈਟ ਅਵਾਰਡ। ਇਹ ਵੀ ਜਿਹੜਾ ਸਰਵੇਖਣ ਦਾ ਅਵਾਰਡ ਹੈ ਇਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਅਨਾਊਂਸ ਕੀਤਾ ਹੈ। ਦਿਸ ਇਜ਼ ਹਾਊ ਇੰਪੋਰਟੈਂਟ ਇਟ ਇਜ਼ ਇਨ ਟੂਡੇਜ਼ ਟਾਈਮ। ਅਤੇ ਇਹਦੇ ਵਿੱਚ ਮੈਂ ODF ਸਕੀਮ ਬਾਰੇ ਵੀ ਦੱਸਣਾ ਚਾਹਾਂਗੀ ਜੀ। ODF ਸਕੀਮ ਜਿਹੜੀ ਹੁੰਦੀ ਹੈ ਓਪਨ ਡੈਫੀਕੇਸ਼ਨ ਫ੍ਰੀ, ਉਹਦਾ ਇਹੀ ਮਤਲਬ ਹੁੰਦਾ ਕਿ ਸਾਰਿਆਂ ਦੇ ਕੋਲ ਟੋਇਲਟਸ ਦੀ ਫੈਸਿਲਿਟੀ ਹੋਵੇ ਸੋ ਦੈਟ ਨੋਬਡੀ ਹੈਜ਼ ਟੂ ਗੋ ਆਊਟ ਫॉर ਯੂਜ਼ਿੰਗ ਦ ਵਾਸ਼ਰੂਮ। ਸੋ ਉਹਦੇ ਵਿੱਚ ਵੀ ਦੇਰ ਆਰ ਕੈਟੇਗਰੀਜ਼ ODF, ODF plus, ODF plus और वाटर प्लस। तो द हाइएस्ट कैटेगरी इज़ वाटर प्लस। वी अस्पायर टू अचीव दैट इन द नेक्स्ट 6 months। एज ऑफ नाउ असी ODF प्लस ਦੇ ਵਿੱਚ ਨੇ। ਔਰ ਇਹ ਜਿਹੜੀ ਰੈਂਕਿੰਗ ਹੈਗੀ ਹੈ ਇਹ ਹਰ 6 ਮਹੀਨੇ ਬਾਅਦ ਇਹਦਾ ਸਰਵੇ ਹੁੰਦਾ ਹੈ, ਥਰਡ ਪਾਰਟੀ ਆਡਿਟ ਹੁੰਦਾ ਹੈ, ਔਰ ਉਹਦੇ ਵਿੱਚ ਇਹ ਰੈਂਕਿੰਗ ਚੇਂਜ ਹੋ ਜਾਂਦੀ ਹੈ। ਜੇਕਰ ਅੱਜ ਦੀ ਡੇਟ ਦੇ ਵਿੱਚ ਅਸੀਂ ODF ਪਲੱਸ ਹੈ ਐਂਡ ਜੇਕਰ ਸਾਡੀ ਸਥਿਤੀ ਜਿਹੜੀ ਹੈਗੀ ਡਿਟੀਰੀਓਰੇਟ ਕਰਦੀ ਹੈ ਤਾਂ ਸਾਡੀ ਰੈਂਕ ਥੱਲੇ ਚਲੀ ਜਾਏਗੀ। ਸੋ ODF ਪਲੱਸ ਅਸੀਂ ਹੈਗੇ। ਅਗਲੇ 6 ਮਹੀਨਿਆਂ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਹੋਰ ਵੀ ਇਸ ਤੋਂ ਜ਼ਿਆਦਾ ਇੰਪਰੂਵ ਕਰਕੇ ਵਾਟਰ ਪਲੱਸ ਕੈਟੇਗਰੀ ਦੇ ਵਿੱਚ ਆ ਜਾਵਾਂਗੇ। ਅਤੇ ਇਹਦੇ ਵਿੱਚ ਮੈਂ ਕੁਝ ਇਨੋਵੇਸ਼ਨਸ ਜਿਹੜੀ ਯੂਨੀਕ ਟੂ ਫਿਰੋਜ਼ਪੁਰ ਸਿਟੀ ਹੈ ਉਹ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹਾਂਗੀ, ਜਿਸ ਤੋਂ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹੀ ਹੈ ਕਿ ਸਾਡੇ ਕੁਝ ਇੱਦਾਂ ਦੇ ਮੁਲਾਜ਼ਮ ਨੇ, ਸੈਨੇਟਰੀ ਵਰਕਰਸ ਨੇ ਜਿਹੜੇ ਕਿ ਮੋਟਰ ਡਿਸੇਬਿਲਿਟੀ ਹੈ ਉਹਨਾਂ ਨੂੰ ਔਰ ਵਿਜ਼ੂਅਲ ਡਿਸੇਬਿਲਿਟੀ ਹੈ। ਸੋ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਇੰਪਲੋਏ ਕੀਤਾ ਹੋਇਆ ਹੈ ਜਿਹਦੇ ਨਾਲ ਉਹਨਾਂ ਦੀ ਕੰਟਰੀਬਿਊਸ਼ਨ ਇੱਕ ਨਾਰਮਲ ਸਫਾਈ ਕਰਮਚਾਰੀ ਤੋਂ ਵੀ ਜ਼ਿਆਦਾ ਬੈਟਰ ਹੈ। ਉਹ ਇਸ ਕਰਕੇ ਕਿ ਜਿੰਨੇ ਵੀ ਸਾਡੀ ਡੋਰ ਟੂ ਡੋਰ ਕਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਨਿਊਜ਼ਪੇਪਰ ਸਾਨੂੰ ਮਿਲਦੇ ਨੇ, ਉਹ ਨਿਊਜ਼ਪੇਪਰਸ ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ ਔਰ ਇਹ ਬੈਠ ਕੇ ਜਿਹੜਾ ਹੈਗਾ ਪੇਪਰ ਬੈਗਸ ਬਣਾਉਂਦੇ ਆ। ਜਿਹੜੇ ਪੇਪਰ ਬੈਗਸ ਬਣਾਉਂਦੇ ਆ ਉਹ ਸਾਰੇ ਅਸੀਂ ਸ਼ਾਪਸ ਦੇ ਵਿੱਚ ਸਿਟੀ ਏਰੀਆ ਦੇ ਵਿੱਚ ਵੰਡ ਦਿੰਦੇ ਹਾਂ ਫॉर ਫ੍ਰੀ। ਜਿੰਨੇ ਇਹਨਾਂ ਨੇ ਪੇਪਰ ਬੈਗਸ ਬਣਾਏ ਉਨੇ ਪੇਪਰ ਬੈਗਸ ਯੂਜ਼ ਦੇ ਵਿੱਚ ਆ ਜਾਣਗੇ ਔਰ ਉਨੇ ਪਲਾਸਟਿਕ ਬੈਗਸ ਰਿਪਲੇਸ ਹੋ ਜਾਣਗੇ। ਸੋ ਇਹਨਾਂ ਦੀ ਇਹ ਕੰਟਰੀਬਿਊਸ਼ਨ ਹੈ ਕਿ ਜਿੰਨੇ ਇਹਨਾਂ ਨੇ ਬੈਗਸ ਬਣਾਏ ਉਨਾ ਕੁ ਪਲਾਸਟਿਕ ਬੈਗ ਯੂਜ਼ ਨਾ ਹੋਇਆ ਔਰ ਉਨੀ ਹੀ ਬੈਗਸ ਦੀ ਯੂਸੇਜ ਦੀ ਪ੍ਰੀਵੈਂਸ਼ਨ ਹੋ ਗਈ ਔਰ ਉਹਨਾਂ ਵੇਸਟ ਘੱਟ ਬਣਿਆ। ਤਾਂ ਇੱਕ ਤਾਂ ਹੁੰਦਾ ਹੈ ਕਿ ਜਦੋਂ ਕੂੜਾ ਜਿਹੜਾ ਹੈਗਾ ਉਹ ਬਣ ਗਿਆ ਤਾਂ ਫਿਰ ਉਹਦੀ ਸਫਾਈ ਕੀਤੀ ਜਾਵੇ। ਇਹਨਾਂ ਦਾ ਕੰਟਰੀਬਿਊਸ਼ਨ ਇੱਦਾਂ ਦਾ ਹੈ ਜਿਹਦੇ ਕਰਕੇ ਉਹ ਕੂੜਾ ਉਨਾ ਕੁ ਕੂੜਾ ਬਣ ਹੀ ਨਹੀਂ ਰਿਹਾ। ਸੋ ਦੈਟ ਇਜ਼ ਵੈਰੀ ਵੈਰੀ ਲਾਡੇਬਲ ਐਂਡ ਆਈ ਵੁੱਡ ਲਾਈਕ ਟੂ ਨੇਮ ਥੀਜ਼ ਇੰਪਲੋਈਜ਼ ਆਫ ਆਰਸ ਮੱਖਣ ਸਿੰਘ, ਸੁਖਜਿੰਦਰ ਸਿੰਘ ਔਰ ਸੀਤਾਰਾਮ। ਇਹਨਾਂ ਨੂੰ ਵਿਜ਼ੂਅਲ ਇੰਪੇਅਰਮੈਂਟ ਹੈ ਔਰ ਮੋਟਰ ਡਿਸੇਬਿਲਿਟੀ, ਬਟ ਦੇ ਆਰ ਡੂਇੰਗ ਅ ਫੈਬੂਲਸ ਜੌਬ ਜੀ। एनफोर्समेंट और दूजी चीज़ होंगी है मोटिवेशन। तो इस कमेटी की जी खास गल हैगी है दैट इज़ रिगार्डिंग मोटिवेटिंग द पीपल। इन्हों ने अपने नाल बहुत सारे वॉलंटियर्स, भावें वो स्कूल्स के बच्चे होन, कॉलेजेस के बच्चे होन, टीचर्स होन, NGOs होन, उन्होंने अपने नाल लगाया हैगा और आपां बहुत
ਜਿਹੜਾ ਹੈਗਾ ਅਚੀਵਮੈਂਟ ਕੀਤੀ ਹੈਗੀ ਹੈ। ਕੁਝ ਅਚੀਵਮੈਂਟ ਹਜੇ ਵੀ ਰਹਿੰਦੀ ਹੈ, ਦੇयर ਇਜ਼ ਆਲਵੇਜ਼ ਸਕੋਪ ਫॉर ਇੰਪਰੂਵਮੈਂਟ। ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਨਫੋਰਸਮੈਂਟ ਨੂੰ ਨਾ ਯੂਜ਼ ਕਰਦੇ ਹੋਏ ਆਪਾਂ ਮੋਟੀਵੇਸ਼ਨ ਦੇ ਰਾਹੀਂ ਸਾਰਿਆਂ ਨੂੰ ਇਹ ਚੀਜ਼ ਜਿਹੜਾ ਹੈਗਾ ਅਚੀਵ ਕਰਾ ਸਕੀਏ। ਵੀ ਸ਼ੁੱਡ ਬੀ 100 plus, we should not even be 100. So I would like to really thank all the officials involved, ADC General Sagar Sethia, Joint Deputy Director Kulwant Brad, Chief Sanitary Inspector Gurinder Singh, EOMC Sanjay Bansal, अपने sanitary inspector Sukhpal, MIS Swachh Bharat अपने बलविंदर कौर। So and other than this, all the sanitary workers involved, all the volunteers ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, everybody has made this possible today. So ਇੱਕ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਫਿਰੋਜ਼ਪੁਰ ਜਿਸ ਤਰੀਕੇ ਦਾ ਸ਼ਹਿਰ ਹੈ, ਜਿਸ ਤਰੀਕੇ ਦਾ ਜ਼ਿਲ੍ਹਾ ਹੈ, ਸਾਡੇ ਕੋਲ ਹਿਊਮਨ ਰਿਸੋਰਸ ਔਰ ਟੈਕਨੀਕਲ ਸਪੋਰਟ ਦੋਨਾਂ ਹੀ ਜਿਹੜਾ ਹੈਗਾ ਵੱਡੇ ਸ਼ਹਿਰਾਂ ਜਿਵੇਂ ਮੋਹਾਲੀ ਹੋ ਗਿਆ ਜਾਂ ਕੋਈ ਹੋਰ ਵੱਡੇ ਸ਼ਹਿਰ ਲੁਧਿਆਣਾ, ਬਠਿੰਡੇ, ਇਹਨਾਂ ਤੋਂ ਬਹੁਤ ਘੱਟ ਅਵੇਲੇਬਲ ਹੈ। ਬਟ ਸਟਿਲ ਵੀ ਹੈਵ ਸਰਪਾਸਡ and we have come on the first rank. So it is a very great achievement by all of these people involved. ਤੇ ਇਹਦੇ ਵਿੱਚ ਸਾਡੇ ਕੋਲ ਸਿਟੀ ਦੇ ਵਿੱਚ ਇੱਕ MRF ਫੈਸਿਲਿਟੀ ਹੈ, ਜਿਹਦਾ ਇਹ ਮਤਲਬ ਹੁੰਦਾ ਹੈ ਕਿ ਡੋਰ ਟੂ ਡੋਰ ਜਾ ਕੇ ਸਾਡੇ ਵਰਕਰਸ ਕਲੈਕਟ ਕਰਦੇ ਨੇ ਵੇਸਟ ਨੂੰ, ਸੈਗਰੀਗੇਟਿਡ ਜਿੰਨਾ ਮਿਲਦਾ ਹੈ ਉਹਦੇ ਲਈ ਮੈਂ ਬਹੁਤ ਥੈਂਕਫੁਲ ਹਾਂ ਸਾਰੇ ਰੈਜ਼ੀਡੈਂਟਸ ਦਾ। ਇਹ ਵੀ ਅਪੀਲ ਕਰਨਾ ਚਾਹਾਂਗੀ ਜੋ ਨਹੀਂ ਕਰ ਰਿਹਾ ਉਹ ਵੀ, ਸਾਨੂੰ ਇੱਕ ਸਿੰਪਲ ਕੰਮ ਹੁੰਦਾ ਹੈ, ਸਿਰਫ 2 ਕੂੜੇਦਾਨ ਆਪਣੇ ਘਰ ਦੇ ਵਿੱਚ ਹੋਣੇ ਚਾਹੀਦੇ ਨੇ, ਵੈਟ ਇੱਕ ਦੇ ਵਿੱਚ ਜਾਵੇ ਔਰ ਜਿਹੜਾ ਸੁੱਕਾ ਕੂੜਾ ਦੂਜੇ 'ਚ ਜਾਵੇ। ਸੋ ਅੱਜ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਐਜ਼ ਐਡਮਿਨਿਸਟ੍ਰੇਸ਼ਨ ਆਪਣਾ ਯੋਗਦਾਨ ਪਾ ਰਹੇ ਹਾਂ, ਵੋਲੰਟੀਅਰਸ ਆਪਣਾ ਯੋਗਦਾਨ ਪਾ ਰਹੇ ਹਾਂ, ਬਟ ਐਜ਼ ਸਿਟੀਜ਼ਨ ਸਾਨੂੰ ਆਪਣਾ ਯੋਗਦਾਨ ਜ਼ਰੂਰ ਪਾਉਣ ਦੀ ਲੋੜ ਹੈਗੀ ਹੈ। ਅਤੇ ਜਿਹੜਾ ਉਹ ਕਲੈਕਟ ਹੋ ਕੇ ਕੂੜਾ MRF ਫੈਸਿਲਿਟੀ ਦੇ ਵਿੱਚ ਆਉਂਦਾ ਹੈ, ਉਹਨੂੰ ਆਪਾਂ ਵੈਟ ਨੂੰ ਕੰਪੋਸਟ ਪਿਟਸ ਦੇ ਵਿੱਚ ਪ੍ਰੋਸੈਸ ਕਰਦੇ ਹਾਂ, ਜਿਹਦੇ ਨਾਲ ਬਹੁਤ ਵਧੀਆ ਆਰਗੈਨਿਕ ਮੈਨਿਓਰ ਮਿਲਦੀ ਹੈ। ਇਹ ਤੋਂ ਇਲਾਵਾ ਜਿਹੜਾ ਹੈਗਾ ਇਲੈਕਟ੍ਰੋਨਿਕ ਵੇਸਟ, ਪੇਪਰ ਵੇਸਟ ਐਂਡ ਗਲਾਸ ਵੇਸਟ, ਪਲਾਸਟਿਕ ਵੇਸਟ, ਇਹ ਸਾਰੇ ਸੈਗਰੀਗੇਟਿਡ ਵੀ ਸਾਡੇ ਕੋਲ MRF ਫੈਸਿਲਿਟੀਜ਼ ਦੇ ਵਿੱਚ ਪਏ ਹੋਏ ਨੇ। ਐਂਡ ਕਮੇਟੀਆਂ ਦੇ MOU ਸਾਈਨ ਹੋ ਚੁੱਕੇ ਹੈ ਏਜੰਸੀਜ਼ ਦੇ ਨਾਲ, ਜਿਨ੍ਹਾਂ ਨੇ ਇਸ ਕੂੜੇ ਨੂੰ ਲੈਣਾ, ਅਲੱਗ-ਅਲੱਗ ਵੱਖਰੇ ਤਰੀਕੇ ਦੇ ਕੂੜੇ ਨੂੰ ਲੈ ਕੇ ਆਪਣੇ ਇੰਡਸਟਰੀ ਦੇ ਵਿੱਚ ਇਹਨੂੰ ਰॉ ਮਟੀਰੀਅਲ ਯੂਜ਼ ਕਰ ਲੈਣਾ ਹੈ। ਸੋ ਇਟ ਵਿਲ ਬੀ ਅ ਰੀਸਾਈਕਲਿੰਗ ਆਫ ਆਲ ਦਿਸ ਵੇਸਟ ਆਲਸੋ। ਐਂਡ ਇਹਦੇ ਨਾਲ ਇੱਕ ਤਾਂ ਕੂੜੇ ਦੀ ਪ੍ਰੋਬਲਮ ਖਤਮ ਹੋਏਗੀ, ਦੂਜਾ ਜਿਹੜਾ ਹੈਗਾ ਰॉ ਮਟੀਰੀਅਲ ਕਿਸੇ ਨੂੰ ਜਿਹੜਾ ਹੈਗਾ ਘੱਟ ਰੇਟ 'ਤੇ ਮਿਲ ਜਾਏਗਾ, ਐਂਡ ਉਹਦੇ ਨਾਲ ਪ੍ਰਾਈਸਿਸ ਕਮ ਹੋਣਗੇ ਉਸ ਪਰਟੀਕੂਲਰ ਇੰਡਸਟਰੀ ਦੇ। ਐਂਡ ਇਹ ਤੋਂ ਇਲਾਵਾ ਜਿਹੜਾ ਇੱਕ ਬਹੁਤ ਅਦਰ ਦੈਨ ਦਿਸ ਕਮੈਂਡੇਬਲ ਜੋਬ ਹੈ, ਦੈਟ ਇਜ਼ ਜਿੰਨੀ ਵੀ ਗਾਰਬੇਜ ਡੰਪਿੰਗ ਸਾਈਟਸ ਹੁੰਦੀਆਂ ਨੇ, ਉਹਦੇ ਵਿੱਚ ਜਦੋਂ ਕੂੜਾ ਇੱਕ ਵਾਰੀ ਇਕੱਠਾ ਹੋਣਾ ਸ਼ੁਰੂ ਹੋ ਜਾਏ, ਫਿਰ ਉੱਥੋਂ ਉਸ ਡੰਪ ਸਾਈਟ ਨੂੰ ਫॉर ਗੁੱਡ ਰਿਮੂਵ ਕਰਨਾ ਬਹੁਤ ਔਖਾ ਹੁੰਦਾ। ਇੱਕ ਵਾਰੀ ਤਾਂ ਫਿਰ ਵੀ ਚੱਕਿਆ ਜਾਂਦਾ ਹੈ, ਫਿਰ ਲੋਕਾਂ ਦੀ ਆਦਤ ਹੁੰਦੀ ਹੈ ਉੱਥੇ ਹੀ ਕੂੜਾ ਵਾਪਸ ਸਿੱਟਣਾ ਸ਼ੁਰੂ ਹੋ ਜਾਂਦਾ ਹੈ। ਬਟ ਜੇਕਰ ਉਹਨੂੰ ਹਟਾ ਲਿਆ ਜਾਵੇ, ਉਹਨੂੰ ਬਿਊਟੀਫਾਈ ਕਰ ਲਿਆ ਜਾਵੇ, ਇੱਕ ਵਧੀਆ ਸੈੱਟ ਕ੍ਰੀਏਟ ਹੋ ਜਾਏ, ਤਾਂ ਫਿਰ ਉੱਥੇ ਕੂੜਾ ਦੁਬਾਰਾ ਨਹੀਂ ਹੁੰਦਾ। ਇਹੀ ਪ੍ਰਯਤਨ ਜਿਹੜਾ ਹੈਗਾ ਸਾਡੀ ਕਮੇਟੀ ਨੇ ਕੀਤਾ ਹੈ ਐਂਡ ਸਕਸੈਸਫੁਲੀ ਕੀਤਾ ਹੈ। ਇਹਦੇ ਕੁਝ ਐਗਜ਼ਾਮਪਲਸ ਨਾਮਦੇਵ ਚੌਕ ਆਪਣੇ ਫਿਰੋਜ਼ਪੁਰ ਸਿਟੀ ਦੇ ਵਿੱਚ ਨੇ, ਜਿਹੜੇ ਕਿ ਨਾਓ ਦੇ ਆਰ ਨਾਟ, ਯੂ ਕੈਨੋਟ ਇਮੈਜਿਨ ਕਿ ਇੱਥੇ ਕੋਈ ਡੰਪਿੰਗ ਸਾਈਟ ਪਹਿਲਾਂ ਕਦੇ ਹੁੰਦੀ ਸੀਗੀ। ਸੋ ਵੀ ਸਟਿਲ ਹੈਵ ਅ ਲੌਂਗ ਵੇ ਟੂ ਗੋ, ਬਟ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਸਾਨੂੰ ਚਾਹੀਦਾ ਹੋਏਗਾ, ਪੂਰੇ ਫਿਰੋਜ਼ਪੁਰ ਦਾ ਚਾਹੀਦਾ ਹੋਏਗਾ। ਔਰ ਮੈਂ ਇਹ ਆਸ ਕਰਦੀ ਹਾਂ ਸਿਰਫ ਫਿਰੋਜ਼ਪੁਰ ਸਿਟੀ ਨਹੀਂ, ਫਸਟ ਟੌਪ ਸਾਰੀ ਰੈਂਕਿੰਗਸ ਦੇ ਵਿੱਚ ਸਾਰੀ ਕਮੇਟੀਆਂ ਜਿਹੜੀ ਫਿਰੋਜ਼ਪੁਰ ਡਿਸਟ੍ਰਿਕਟ ਦੀਆਂ ਸਾਰੀ ਆਉਣੀ ਚਾਹੀਦੀਆਂ ਨੇ, ਔਰ ਉਹਦੇ ਵਿੱਚ ਸਾਰੇ ਰੈਜ਼ੀਡੈਂਟਸ ਆਫ ਫਿਰੋਜ਼ਪੁਰ, ਉਹਨਾਂ ਦੀ ਬਹੁਤ ਯੋਗਦਾਨ ਦੀ ਲੋੜ ਹੈਗੀ ਹੈ। PTN ਨਿਊਜ਼ 24 ਦੇ ਲਈ ਫਿਰੋਜ਼ਪੁਰ ਤੋਂ ਪ੍ਰਮੋਦ ਕੁਮਾਰ ਦੀ ਰਿਪੋਰਟ। PTN ਨਿਊਜ਼ ਦੇਖ ਰਹੇ ਜਿਹੜੇ ਮੇਰੇ ਦੋਸਤਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਨ, ਤਾਂ ਜੋ ਅਸੀਂ ਤੁਹਾਡੇ ਤੱਕ ਹਰ ਲੇਟੈਸਟ ਖਬਰ ਪਹੁੰਚਾ ਸਕੀਏ। ਧੰਨਵਾਦ।